1499 ਈਸਵੀ ਦੇ ਵਿੱਚ ਗਿਆਨ ਪ੍ਰਾਪਤੀ ਤੋਂ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 1521 ਈਸਵੀ ਤੱਕ ਲੰਮੀਆਂ ਯਾਤਰਾਵਾਂ ਕੀਤੀਆਂ। ਇਹਨਾਂ ਯਾਤਰਾਵਾਂ ਨੂੰ ਹੀ ਉਦਾਸੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹਨਾਂ ਉਦਾਸੀਆਂ ਦਾ ਗਿਆਨ ਪ੍ਰਾਪਤ ਕਰਨ ਦਾ ਮੁੱਖ ਸੋਮਾ ਉਹਨਾਂ ਦੀਆਂ ਜਨਮ ਸਾਖੀਆਂ ਹੀ ਹਨ। ਉਹਨਾਂ ਦੀਆਂ ਜਨਮ ਸਾਖੀਆਂ ਦਾ ਮੁੱਖ ਉਦੇਸ਼ ਲੋਕਾਂ ਦੇ ਵਿੱਚ ਫੈਲੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨਾ ਸੀ। ਅੰਧ ਵਿਸ਼ਵਾਸਾਂ ਨੂੰ ਦੂਰ ਕਰਕੇ ਪਰਮਾਤਮਾ ਦੇ ਨੇੜੇ ਲਿਆਉਣ ਦੀ ਕੋਸ਼ਿਸ਼ ਕਰਨਾ ਸੀ। ਉਹਨਾਂ ਨੂੰ ਭਗਤੀ ਦੇ ਸਹੀ ਮਾਰਗ ਬਾਰੇ ਦੱਸਣਾ ਸੀ। ਅਡੰਬਰਾਂ ਤੋਂ ਦੂਰ ਕਰਨਾ ਸੀ। ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨਾ ਸੀ ਤੇ ਇਸ ਤਰ੍ਹਾਂ ਸਮਾਜ ਨੂੰ ਸਹੀ ਰਾਹ 'ਤੇ ਲਿਆਉਣਾ ਸੀ। ਆਓ ਉਹਨਾਂ ਦੀ ਪਹਿਲੀ ਉਦਾਸੀ ਬਾਰੇ ਜਾਣੀਏ, ਜਿਹੜੀ ਕਿ ਉਹਨਾਂ ਨੇ 1499 ਦੇ ਅੰਤ ਦੇ ਵਿੱਚ ਸ਼ੁਰੂ ਕੀਤੀ ਸੀ। ਇਸ ਯਾਤਰਾ ਦੇ ਵਿੱਚ ਉਹਨਾਂ ਨਾਲ ਭਾਈ ਮਰਦਾਨਾ ਜੀ ਸਨ, ਜੋ ਕਿ ਉਹਨਾਂ ਦੇ ਪਰਮ ਸ਼ਰਧਾਲੂ ਸਨ। ਇਹ ਯਾਤਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 12 ਸਾਲਾਂ ਦੇ ਵਿੱਚ ਪੂਰਨ ਕੀਤੀ ਸੀ। ਇਸ ਯਾਤਰਾ ਦੇ ਵਿੱਚ ਉਹ ਪੂਰਬ ਤੋਂ ਦੱਖਣ ਵੱਲ ਗਏ ਸਨ। ਪਹਿਲਾ ਸਥਾਨ ਜਿਹੜਾ ਸੀ ਜਿੱਥੇ ਉਹ ਗਏ, ਉਸ ਦਾ ਨਾਂ ਹੈ ਸੈਦਪੁਰ। ਸੈਦਪੁਰ ਦੇ ਵਿੱਚ ਉਹਨਾਂ ਨੂੰ ਮਲਿਕ ਭਾਗੋ ਨਾਂ ਦੇ ਇੱਕ ਜ਼ਿਮੀਂਦਾਰ ਨੇ ਆਪਣੇ ਘਰ ਭੋਜਨ 'ਤੇ ਸੱਦਿਆ, ਪਰ ਗੁਰੂ ਨਾਨਕ ਦੇਵ ਜੀ ਨੇ ਇਨਕਾਰ ਕਰ ਦਿੱਤਾ। ਉਹ ਇੱਕ ਗਰੀਬ ਤਰਖਾਣ ਭਾਈ ਲਾਲੋ ਦੇ ਘਰ ਦੀ ਰੋਟੀ ਖਾਣ ਲਈ ਚਲੇ ਗਏ। ਇਸ ਤੋਂ ਬਾਅਦ ਮਲਿਕ ਭਾਗੋ ਨੇ ਇਸ ਗੱਲ ਨੂੰ ਆਪਣਾ ਅਪਮਾਨ ਸਮਝਿਆ ਤੇ ਗੁਰੂ ਨਾਨਕ ਦੇਵ ਜੀ ਤੋਂ ਇਸ ਦਾ ਕਾਰਨ ਪੁੱਛਿਆ। ਤਾਂ ਗੁਰੂ ਨਾਨਕ ਦੇਵ ਜੀ ਨੇ ਇੱਕ ਹੱਥ ਦੇ ਵਿੱਚ ਮਲਿਕ ਭਾਗੋ ਤੇ ਦੂਜੇ ਹੱਥ ਵਿੱਚ ਭਾਈ ਲਾਲੋ ਦੀ ਸੁੱਕੀ ਰੋਟੀ ਫੜ ਕੇ ਜਦ ਕੁੱਟੀ ਤਾਂ ਮਲਿਕ ਭਾਗੋ ਦੀ ਰੋਟੀ ਦੇ ਵਿੱਚੋਂ ਲਹੂ ਤੇ ਭਾਈ ਲਾਲੋ ਜੀ ਦੀ ਸੁੱਕੀ ਰੋਟੀ ਦੇ ਵਿੱਚੋਂ ਦੁੱਧ ਨਿਕਲਿਆ ਸੀ। ਤੇ ਇਸ ਤਰ੍ਹਾਂ ਉਹਨਾਂ ਨੇ ਲੋਕਾਂ ਨੂੰ 10 ਨੌਆਂ ਦੀ ਕਿਰਤ ਕਰਨ ਦਾ ਉਪਦੇਸ਼ ਦਿੱਤਾ। ਇਸ ਤੋਂ ਬਾਅਦ ਉਹ ਤਲੂੰਬਾ ਪਹੁੰਚੇ, ਜਿੱਥੇ ਉਹਨਾਂ ਦੀ ਮੁਲਾਕਾਤ ਸੱਜਣ ਠੱਗ ਦੇ ਨਾਲ ਹੋਈ, ਜਿਹੜਾ ਕਿ ਇੱਕ ਸਰਾਂ ਚਲਾਉਂਦਾ ਸੀ ਔਰ ਲੋਕਾਂ ਨੂੰ ਠੱਗ ਕੇ ਉਹਨਾਂ ਨੂੰ ਮਾਰ ਦਿੰਦਾ ਸੀ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਸੱਜਣ ਠੱਗ ਨੂੰ ਸਹੀ ਅਰਥਾਂ ਦੇ ਵਿੱਚ ਸੱਜਣ ਬਣਾਉਣ ਦਾ ਕੰਮ ਕੀਤਾ ਤੇ ਉਸ ਨੂੰ ਉਸ ਦੀ ਠੱਗੀ ਦੇ ਰਾਹ ਤੋਂ ਹਟਾਇਆ। ਕੁਰੂਕਸ਼ੇਤਰ, ਪਾਣੀਪਤ ਤੇ ਦਿੱਲੀ ਹੁੰਦਿਆਂ ਹੋਇਆਂ ਗੁਰੂ ਜੀ ਹਰਿਦੁਆਰ ਪਹੁੰਚੇ। ਉੱਥੇ ਵੱਡੀ ਗਿਣਤੀ ਦੇ ਵਿੱਚ ਗੰਗਾ ਇਸ਼ਨਾਨ ਲਈ ਸ਼ਰਧਾਲੂ ਇਕੱਠੇ ਹੁੰਦੇ ਸਨ ਤੇ ਸਵੇਰੇ ਸਵੇਰੇ ਕੁਝ ਸਾਧੂ ਪੂਰਬ ਵੱਲ ਨੂੰ ਮੂੰਹ ਕਰਕੇ ਸੂਰਜ ਨੂੰ ਪਾਣੀ ਦੇ ਰਹੇ ਸਨ ਤੇ ਕੁਝ ਆਪਣੇ ਪਿੱਤਰਾਂ ਨੂੰ ਜਲ ਦੇ ਰਹੇ ਸਨ। ਉਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਪੱਛਮ ਵੱਲ ਨੂੰ ਮੂੰਹ ਕਰਕੇ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਤੇ ਜਦ ਗੁਰੂ ਜੀ ਕੋਲ ਉਹਨਾਂ ਨੇ ਕਾਰਨ ਪੁੱਛਿਆ ਤਾਂ ਉਹਨਾਂ ਨੇ ਕੀ ਕਿਹਾ? ਉਹਨਾਂ ਨੇ ਕਿਹਾ ਕਿ ਤੁਸੀਂ ਇੰਨੇ ਦੂਰ, ਹਜ਼ਾਰਾਂ ਲੱਖਾਂ ਕਿਲੋਮੀਟਰ ਦੂਰ ਜਾਂ ਕਰੋੜਾਂ ਕਿਲੋਮੀਟਰ ਦੂਰ ਸੂਰਜ ਨੂੰ ਤੇ ਪਿੱਤਰਾਂ ਨੂੰ ਜਲ ਅਰਪਣ ਕਰ ਰਹੇ ਹੋ। ਮੈਂ ਤਾਂ ਸਿਰਫ 300 ਮੀਲ ਦੂਰ ਆਪਣੇ ਖੇਤਾਂ ਨੂੰ ਜਲ ਦੇ ਰਿਹਾ ਹਾਂ। ਕੀ ਇਹ ਮੇਰੇ ਖੇਤਾਂ ਤੱਕ ਜਲ ਨਹੀਂ ਪਹੁੰਚੇਗਾ ਜੇ ਤੁਸੀਂ ਇੰਨੀ ਦੂਰ ਜਲ ਪੁਜਾ ਸਕਦੇ ਹੋ? ਗੁਰੂ ਜੀ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋਏ ਬਿਨਾਂ ਕੋਈ ਨਾ ਰਹਿ ਸਕਿਆ। ਇਸ ਤਰ੍ਹਾਂ ਲੱਖਾਂ ਹੀ ਉਹਨਾਂ ਦੇ ਸ਼ਰਧਾਲੂ ਬਣਦੇ ਗਏ। ਇਸ ਤੋਂ ਬਾਅਦ ਗੋਰਖਮੱਤਾ ਪਹੁੰਚੇ, ਜਿੱਥੇ ਉਹਨਾਂ ਨੇ ਸਾਧੂਆਂ ਨੂੰ, ਜੋਗੀਆਂ ਨੂੰ ਕੰਨਾਂ ਵਿੱਚ ਮੁੰਦਰਾਂ ਪਾਉਣ, ਸਰੀਰ 'ਤੇ ਸਵਾਹ ਮਲ ਕੇ ਫਿਰਨ, ਹੱਥ ਵਿੱਚ ਡੰਡਾ ਫੜਨ ਜਾਂ ਸਿਰ ਮੁੰਡਵਾ ਕੇ ਇੱਧਰ ਉੱਧਰ ਘੁੰਮਣ ਦੇ ਨਾਲ ਮੁਕਤੀ ਮਿਲਣ ਵਾਲੀ ਗੱਲ ਨੂੰ ਵੀ ਖੰਡਿਤ ਕੀਤਾ। ਉਹਨਾਂ ਨੇ ਦੱਸਿਆ ਕਿ ਮੁਕਤੀ ਕੇਵਲ ਆਤਮਾ ਦੀ ਸ਼ੁੱਧੀ ਦੇ ਨਾਲ ਹੀ ਪ੍ਰਾਪਤ ਹੋ ਸਕਦੀ ਹੈ। ਇਹ ਅਡੰਬਰ ਪਰਮਾਤਮਾ ਦੇ ਨੇੜੇ ਨਹੀਂ ਲਿਆ ਸਕਦੇ। ਇਸ ਤਰ੍ਹਾਂ ਉਹਨਾਂ ਨੇ ਸੱਚੀ ਭਗਤੀ ਬਾਰੇ ਉਹਨਾਂ ਸਿੱਧਾਂ ਜੋਗੀਆਂ ਨੂੰ ਸਿੱਖਿਆ ਦਿੱਤੀ। ਇਸ ਤੋਂ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਜੀ ਬਨਾਰਸ, ਗਿਆ, ਤੁਬਰੀ, ਕਾਮਰੂਪ, ਜਗਨਨਾਥਪੁਰੀ, ਲੰਕਾ ਤੇ ਪਾਕਪਟਨ ਵੀ ਗਏ।
ਇਹਨਾਂ ਸਾਰੀਆਂ ਥਾਵਾਂ 'ਤੇ ਉਹਨਾਂ ਦੇ ਕਈ ਸ਼ਰਧਾਲੂ ਬਣੇ। ਇਸ ਤੋਂ ਬਾਅਦ ਉਹਨਾਂ ਦੀ ਦੂਜੀ ਉਦਾਸੀ ਦਾ ਸਮਾਂ ਆਉਂਦਾ ਹੈ, ਜਿਹੜੀ ਕਿ ਉਹਨਾਂ ਨੇ 1513 ਈਸਵੀ ਦੇ ਅਖੀਰ ਦੇ ਵਿੱਚ ਉੱਤਰ ਵੱਲ ਨੂੰ ਸ਼ੁਰੂ ਕੀਤੀ ਸੀ। ਇਸ ਉਦਾਸੀ ਦਾ ਸਮਾਂ 3 ਸਾਲ ਮੰਨਿਆ ਜਾਂਦਾ ਹੈ। ਆਪਣੀ ਦੂਜੀ ਉਦਾਸੀ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਸਭ ਤੋਂ ਪਹਿਲਾਂ ਪਹਾੜੀ ਰਿਆਸਤਾਂ ਦੇ ਵਿੱਚ ਗਏ, ਜਿਨ੍ਹਾਂ ਵਿੱਚ ਮੰਡੀ, ਰਿਵਾਲਸਰ, ਜਵਾਲਾਮੁਖੀ, ਕਾਂਗੜਾ, ਬੈਜਨਾਥ ਅਤੇ ਕੁੱਲੂ ਆਦਿ ਪਹਾੜੀ ਰਿਆਸਤਾਂ ਮੁੱਖ ਸਨ। ਇਹਨਾਂ ਰਿਆਸਤਾਂ ਦੇ ਰਾਜੇ ਵੀ ਅਤੇ ਉੱਥੋਂ ਦੇ ਲੋਕ ਵੀ ਉਹਨਾਂ ਦੇ ਪੈਰੋਕਾਰ ਬਣ ਗਏ। ਇਸ ਤੋਂ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੈਲਾਸ਼ ਪਰਬਤ ਦੀ ਯਾਤਰਾ ਕੀਤੀ। ਇੱਥੇ ਪਹੁੰਚ ਕੇ ਉਹ ਬਹੁਤ ਸਾਰੇ ਸਿੱਧਾਂ ਜੋਗੀਆਂ ਨੂੰ ਮਿਲੇ। ਉਹਨਾਂ ਨਾਲ ਬਹੁਤ ਸਾਰੇ ਸੰਸਾਰ ਦੇ ਅਤੇ ਉਸ ਪਰਮਾਤਮਾ ਦੇ ਗੂੜ ਰਹੱਸਾਂ ਦੀ ਚਰਚਾ ਕੀਤੀ। ਇਸ ਤੋਂ ਪਿੱਛੋਂ ਉਹ ਲੱਦਾਖ ਪਹੁੰਚੇ, ਜਿੱਥੇ ਗੁਰੂ ਨਾਨਕ ਦੇਵ ਜੀ ਦੇ ਕਈ ਪੈਰੋਕਾਰ ਬਣੇ ਅਤੇ ਅੱਜ ਵੀ ਲੱਦਾਖ ਦੇ ਲੋਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪੂਜਾ ਕਰਦੇ ਨੇ। ਇਸ ਤੋਂ ਪਿੱਛੋਂ ਗੁਰੂ ਨਾਨਕ ਦੇਵ ਜੀ ਕਸ਼ਮੀਰ ਪਹੁੰਚੇ। ਕਸ਼ਮੀਰ ਹੁੰਦਿਆਂ ਹੋਇਆਂ ਉਹਨਾਂ ਨੇ ਆਪਣੀ ਯਾਤਰਾ ਮੁੜ ਸ਼ੁਰੂ ਕੀਤੀ ਅਤੇ ਸਿਆਲਕੋਟ ਪਹੁੰਚ ਕੇ ਉਹਨਾਂ ਦੀ ਇਹ ਦੂਜੀ ਯਾਤਰਾ ਸਮਾਪਤ ਹੁੰਦੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਤੀਸਰੀ ਉਦਾਸੀ 1517 ਈਸਵੀ ਦੇ ਅਖੀਰ ਦੇ ਵਿੱਚ ਸ਼ੁਰੂ ਕੀਤੀ। ਇਸ ਦੌਰਾਨ ਗੁਰੂ ਜੀ ਪੱਛਮੀ ਏਸ਼ੀਆ ਦੇ ਦੇਸ਼ਾਂ ਵੱਲ ਗਏ। ਸਭ ਤੋਂ ਪਹਿਲਾਂ ਉਹ ਮੁਲਤਾਨ ਪੁੱਜੇ, ਜਿੱਥੇ ਬਹੁਤ ਸਾਰੇ ਸੂਫੀ ਸੰਤ ਰਹਿੰਦੇ ਸਨ। ਕਹਿੰਦੇ ਨੇ ਕਿ ਸ਼ੇਖ ਬਹਾਉਦੀਨ ਨੂੰ ਜਦੋਂ ਗੁਰੂ ਜੀ ਦੇ ਆਉਣ ਦਾ ਪਤਾ ਚੱਲਿਆ ਤਾਂ ਉਸਨੇ ਦੁੱਧ ਦਾ ਇੱਕ ਕਟੋਰਾ ਗੁਰੂ ਜੀ ਕੋਲ ਪੁਜਾਇਆ ਤਾਂ ਗੁਰੂ ਜੀ ਉਸ ਦੀ ਗੱਲ ਨੂੰ ਸਮਝ ਗਏ। ਉਹਨਾਂ ਨੇ ਉਸ ਦੁੱਧ ਦੇ ਕਟੋਰੇ ਦੇ ਉੱਪਰ ਇੱਕ ਚਮੇਲੀ ਦਾ ਫੁੱਲ ਰੱਖ ਕੇ ਉਸ ਨੂੰ ਵਾਪਸ ਪਹੁੰਚਾ ਦਿੱਤਾ, ਜਿਸ ਦਾ ਅਰਥ ਸੀ ਕਿ ਚਾਹੇ ਮੁਲਤਾਨ ਸੂਫੀ ਸੰਤਾਂ ਨਾਲ ਭਰਿਆ ਹੋਇਆ ਹੈ, ਪਰ ਉਹਨਾਂ ਦੇ ਆਉਣ ਦੇ ਨਾਲ ਕੋਈ ਫਰਕ ਨਹੀਂ ਪਏਗਾ। ਇਸ ਗੱਲ ਦਾ ਅਰਥ ਸਮਝ ਕੇ ਸ਼ੇਖ ਬਹਾਉਦੀਨ ਉਹਨਾਂ ਨਾਲ ਮੁਲਾਕਾਤ ਕਰਨ ਲਈ ਉੱਥੇ ਪੁੱਜਿਆ ਸੀ। ਇਸ ਤੋਂ ਬਾਅਦ ਉਹ ਮੱਕਾ ਪਹੁੰਚੇ। ਕਹਿੰਦੇ ਨੇ ਕਿ ਮੱਕੇ ਪਹੁੰਚ ਕੇ ਉਹ ਕਾਬੇ ਵੱਲ ਪੈਰ ਕਰਕੇ ਸੌਂ ਗਏ। ਕਾਜ਼ੀ ਰੁਕਨੁਦੀਨ ਨੇ ਜਦ ਇਹ ਵੇਖਿਆ ਤਾਂ ਉਹ ਬਹੁਤ ਗੁੱਸਾ ਹੋਇਆ ਅਤੇ ਕਹਿਣ ਲੱਗਾ ਕਿ ਤੂੰ ਕਿਹੜਾ ਕਾਫਰ ਹੈ ਜੋ ਅੱਲਾ ਵੱਲ ਪੈਰ ਕਰਕੇ ਸੁੱਤਾ ਪਿਆ ਹੈ। ਤਾਂ ਗੁਰੂ ਜੀ ਨੇ ਬੜੀ ਨਿਮਰਤਾ ਨਾਲ ਉਸ ਵੇਲੇ ਉਸ ਨੂੰ ਉੱਤਰ ਦਿੱਤਾ ਕਿ ਜਿੱਧਰ ਤੇਰਾ ਅੱਲਾ ਨਹੀਂ ਹੈ ਉੱਧਰ ਮੇਰੇ ਪੈਰ ਫੜ ਕੇ ਘੁਮਾ ਦੇ। ਕਿਹਾ ਜਾਂਦਾ ਹੈ ਕਿ ਕਾਜ਼ੀ ਨੇ ਜਦ ਗੁਰੂ ਸਾਹਿਬ ਦੇ ਪੈਰ ਫੜ ਕੇ ਘੁਮਾਏ ਤਾਂ ਜਿੱਧਰ ਜਿੱਧਰ ਪੈਰ ਘੁੰਮਦੇ ਗਏ ਉੱਧਰ ਉੱਧਰ ਕਾਬਾ ਵੀ ਘੁੰਮਣ ਲੱਗਾ। ਇਹ ਦੇਖ ਕੇ ਮੁਸਲਮਾਨ ਬੜੇ ਪ੍ਰਭਾਵਿਤ ਹੋਏ ਅਤੇ ਕਾਜ਼ੀ ਰੁਕਨੁਦੀਨ ਨੇ ਸ਼ਰਮ ਨਾਲ ਆਪਣਾ ਸਿਰ ਝੁਕਾ ਲਿਆ ਅਤੇ ਗੁਰੂ ਜੀ ਦੇ ਚਰਨੀ ਡਿੱਗ ਪਿਆ। ਉਸ ਨੂੰ ਗੁਰੂ ਜੀ ਨੇ ਉਸ ਵੇਲੇ ਇਹ ਸਿੱਖਿਆ ਦਿੱਤੀ ਕਿ ਅੱਲਾ ਸਭ ਜਗ੍ਹਾ ਹੈ, ਪਰਮਾਤਮਾ ਸਰਵ ਵਿਆਪਕ ਹੈ। ਇਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਮਦੀਨਾ ਪਹੁੰਚੇ। ਇਮਾਮ ਆਜ਼ਮ ਦੇ ਨਾਲ ਵਿਚਾਰ ਵਟਾਂਦਰਾ ਕੀਤਾ। ਬਗਦਾਦ ਪਹੁੰਚ ਕੇ ਸ਼ੇਖ ਬਹਿਲੋਲ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਅਤੇ ਉਹ ਵੀ ਗੁਰੂ ਸਾਹਿਬ ਦਾ ਸ਼ਰਧਾਲੂ ਬਣ ਗਿਆ। ਕੰਧਾਰ, ਕਾਬਲ, ਪੇਸ਼ਾਵਰ ਹੁੰਦਿਆਂ ਹੋਇਆਂ ਉਹ ਸੈਦਪੁਰ ਪਹੁੰਚੇ, ਜਿੱਥੇ ਬਾਬਰ ਨੇ ਹਮਲਾ ਕੀਤਾ ਹੋਇਆ ਸੀ। ਉਸ ਵੇਲੇ ਬਹੁਤ ਜ਼ਿਆਦਾ ਕਤਲੇਆਮ ਹੋ ਰਿਹਾ ਸੀ, ਜਿਸ ਦਾ ਵਰਣਨ ਸਾਨੂੰ ਗੁਰੂ ਨਾਨਕ ਦੇਵ ਜੀ ਦੀ ਬਾਬਰ ਬਾਣੀ ਦੇ ਵਿੱਚ ਮਿਲ ਜਾਂਦਾ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਜ ਲੈ ਕਾਬਲ ਹੂੰ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ ਸਰਮ ਧਰਮ ਦੋਇ ਛੁਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾਲੋ ਕਾਜੀਆ ਬਾਮਣਾ ਕੀ ਗਲ ਥਕੀ ਅਗਦ ਪੜੇ ਸ਼ੈਤਾਨ ਵੇ ਲਾਲੋ।
1521 ਵਿੱਚ ਆਪਣੀ ਯਾਤਰਾ ਸਮਾਪਤ ਕਰ ਮੁੜ ਸ਼੍ਰੀ ਗੁਰੂ ਨਾਨਕ ਦੇਵ ਜੀ ਤਲਵੰਡੀ ਪੁੱਜ ਗਏ। ਉਹਨਾਂ ਨੇ ਇਹਨਾਂ ਉਦਾਸੀਆਂ ਰਾਹੀਂ ਜਿਹੜਾ ਗਿਆਨ ਇਸ ਸੰਸਾਰ ਨੂੰ ਵੰਡਿਆ, ਉਹ ਅੱਜ ਵੀ ਇਸ ਸੰਸਾਰ ਦੇ ਲੋਕਾਂ ਲਈ ਉਹਨਾਂ ਦਾ ਆਸ਼ੀਰਵਾਦ ਹੈ।